ਹੈਲੋ ਸਟੂਡੈਂਟਸ, ਹਾਊ ਆਰ ਯੂ? ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰ ਬਹੁਤ ਵਧੀਆ ਹੋਵੋਗੇ ਤੇ ਆਪਣੀ ਸਟੱਡੀ ਵੀ ਖੂਬ ਦਿਲ ਲਗਾ ਕੇ ਕਰ ਰਹੇ ਹੋਵੋਗੇ ਤੇ ਤੁਹਾਨੂੰ ਮਜ਼ਾ ਵੀ ਆ ਰਿਹਾ ਹੋਵੇਗਾ ਪੜ੍ਹਾਈ ਕਰਕੇ। ਓਕੇ, ਸੋ ਅੱਜ ਦਾ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਪੁੱਛਣਾ ਚਾਹੁੰਦਾ ਤੁਹਾਡੇ ਕੋਲ। ਓਕੇ, ਮੈਨੂੰ ਪਤਾ ਹੈ ਤੁਸੀਂ ਜਵਾਬ ਤਾਂ ਨਹੀਂ ਦੇ ਪਾਓਗੇ, ਪਰ ਮੈਂ ਮੰਨ ਕੇ ਚੱਲਾਂਗਾ ਕਿ ਤੁਸੀਂ ਇਹੀ ਜਵਾਬ ਦਿੱਤਾ ਹੋਵੇਗਾ। ਚਲੋ ਮੈਂ ਹੀ ਕੁਐਸਚਨ ਪੁੱਛਦਾ ਤੇ ਤੁਹਾਡੇ ਜਵਾਬ ਬੁੱਝ ਕੇ ਮੈਂ ਹੀ ਤੁਹਾਡੇ ਸਾਹਮਣੇ ਰੱਖਦਾ, ਠੀਕ ਹੈ? ਸੋ ਮੇਰਾ ਪਹਿਲਾ ਕੁਐਸਚਨ, ਤੁਸੀਂ ਕਦੀ ਕਿਸੇ ਜੁੱਤੀਆਂ ਬਣਾਉਣ ਵਾਲੇ ਕੋਲ ਗਏ ਹੋ? ਤੁਹਾਨੂੰ ਪਤਾ ਜੁੱਤੀਆਂ ਕੌਣ ਬਣਾਉਂਦਾ? ਕਦੀ ਕਿਸੇ ਬੰਦੇ ਨੂੰ ਦੇਖਿਆ ਜੁੱਤੀਆਂ ਬਣਾਉਂਦੇ ਆ? ਹੁਣ ਕਈ ਜਣੇ ਕਹਿਣਗੇ ਜੀ ਅਸੀਂ ਮੋਚੀ ਨੂੰ ਤਾਂ ਦੇਖਿਆ ਜਿਹੜਾ ਜੁੱਤੀਆਂ ਗੰਢਦਾ ਹੁੰਦਾ, ਪਰ ਇਹ ਸ਼ੂਜ਼ ਬਣਦੇ ਕਿੱਥੇ ਆ? ਅਸੀਂ ਉਹ ਫੈਕਟਰੀ ਜਾਂ ਉਹ ਕਾਰਖਾਨਾ ਜਾਂ ਵਰਕਸ਼ਾਪ ਉੱਥੇ ਕਦੇ ਵੀ ਨਹੀਂ ਗਏ। ਓਕੇ, ਠੀਕ ਹੈ। ਦੂਸਰਾ ਸਵਾਲ, ਕੀ ਤੁਹਾਨੂੰ ਨਵੇਂ ਸ਼ੂਜ਼ ਪਾਣੇ ਪਸੰਦ ਆ? ਇਹਦਾ ਜਵਾਬ ਤਾਂ ਮੈਨੂੰ ਸਾਰਿਆਂ ਦਾ ਪਤਾ ਹੀ ਹੈ ਕਿ ਸਾਰੇ ਕਹਿਣਗੇ ਯੈਸ ਦੇ ਦਿਓ। ਓਕੇ, ਸੋ ਅੱਜ ਅਸੀਂ ਇੱਕ ਸਟੋਰੀ ਪੜ੍ਹਾਂਗੇ ਜਿਹਦੇ ਵਿੱਚ ਐਲਵਸ ਹੁੰਦੇ ਨੇ। ਐਲਵਸ ਹੁੰਦੇ ਨੇ ਬੋਣੇ। ਤੇ ਜੇ ਇੱਕ ਬੋਣਾ ਬੰਦਾ ਹੋਵੇ, ਬੋਣਾ ਕੀ ਹੁੰਦਾ? ਛੋਟੇ ਕੱਦ ਦਾ ਬੰਦਾ। ਜੇ ਇੱਕ ਛੋਟੇ ਕੱਦ ਦਾ ਬੰਦਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਐਲਫ, ELF। ਤੇ ਇੱਕ ਤੋਂ ਜ਼ਿਆਦਾ ਹੋਣ ਤੇ ਐਲਵਸ ਲਗਾ ਦੇਣਾ, ਠੀਕ ਹੈ? F ਕੱਟ ਕੇ VES। ਓਕੇ, ਸੋ ਅੱਜ ਅਸੀਂ ਸਟੋਰੀ ਜਿਹੜੀ ਪੜ੍ਹਾਂਗੇ ਉਹਦੇ 'ਚ ਇਹ ਦੋਨੋਂ ਕਰੈਕਟਰ ਦੇਖਾਂਗੇ। ਇੱਕ ਦੇਖਾਂਗੇ ਜੁੱਤੀਆਂ ਬਣਾਉਣ ਵਾਲਾ ਤੇ ਇੱਕ ਦੇਖਾਂਗੇ ਜਿਹੜੇ ਦੋ ਬੋਣੇ ਹੁੰਦੇ ਨੇ, ਐਲਵਸ ਹੁੰਦੇ ਨੇ, ਉਹਨਾਂ ਦਾ ਕੀ ਰੋਲ ਹੁੰਦਾ ਇਸ ਸਟੋਰੀ ਵਿੱਚ। ਸੋ ਆਓ ਆਪਾਂ ਸਟੋਰੀ ਸ਼ੁਰੂ ਕਰੀਏ। Once there was a shoemaker। ਇੱਕ ਵਾਰ ਦੀ ਗੱਲ ਹੈ ਕਿ ਇੱਕ ਜੁੱਤੀਆਂ ਬਣਾਉਣ ਵਾਲਾ ਵਿਅਕਤੀ ਸੀ। He became so poor, ਉਹ ਇੰਨਾ ਗਰੀਬ ਹੋ ਗਿਆ ਸੀ that ਕਿ he had nothing left, ਉਸ ਕੋਲ ਤਾਂ ਕੁਝ ਬਚਿਆ ਹੀ ਨਹੀਂ ਸੀ to run his family, but only enough leather for just one pair of shoes। ਹੁਣ ਉਸ ਕੋਲ ਇੱਕ ਜੁੱਤੀਆਂ ਦਾ ਜੋੜਾ ਬਣਾਉਣ ਤੋਂ ਬਿਨਾ ਹੋਰ ਕੋਈ ਲੈਦਰ ਵੀ ਨਹੀਂ ਬਚਿਆ ਸੀ। So in the evening he cut out the leather with great care to make the shoes। so ਸ਼ਾਮ ਨੂੰ ਉਸਨੇ ਬੜੇ ਧਿਆਨ ਨਾਲ ਲੈਦਰ ਕੀ ਹੁੰਦਾ? ਚਮੜੇ ਨੂੰ ਕੱਟਿਆ to make the shoes, ਜੁੱਤੀਆਂ ਬਣਾਉਣ ਲਈ। ਹੁਣ ਆਪਣੇ ਕੋਲ ਕੋਈ ਚੀਜ਼ ਘੱਟ ਹੋਵੇ ਜਾਂ ਸਿਰਫ ਓਨੇ ਜੋਗੀ ਹੋਵੇ ਕਿ ਇੱਕ ਸ਼ੂਜ਼ ਦਾ ਜੋੜਾ ਬਣਨਾ, ਤੇ ਜੇ ਉਹ ਗਲਤ ਕੱਟਿਆ ਜਾਵੇ ਤਾਂ ਫਿਰ ਤਾਂ ਉਹ ਵੀ ਖਰਾਬ ਹੋ ਗਿਆ ਸਾਰਾ, ਫਿਰ ਤਾਂ ਇੱਕ ਪੇਅਰ ਵੀ ਨਹੀਂ ਬਣੇਗਾ, ਹਨਾ? ਇਸ ਕਰਕੇ ਉਹ ਬੜੇ ਧਿਆਨ ਨਾਲ ਕੱਟਦਾ ਪਿਆ ਸੀ ਕਿ ਕੋਈ ਗਲਤੀ ਨਾ ਹੋ ਜਾਏ। ਬਟ ਹੀ ਵਾਜ਼ ਸੋ ਡਿਸਅਪੋਇੰਟਡ ਹੁੰਦਾ ਨਿਰਾਸ਼ ਹੋ ਗਿਆ, ਪਰ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ that he left his work on the table to finish in the morning। ਇੰਨਾ ਨਿਰਾਸ਼ ਹੋ ਗਿਆ ਕਿ ਉਸਨੇ ਆਪਣਾ ਸਾਰਾ ਕੰਮ ਟੇਬਲ ਤੇ ਛੱਡਤਾ ਕਿ ਤਾਂ ਜੀ ਉਹ ਸਵੇਰੇ ਕਰੇਗਾ। he was almost in tears, ਬਸ ਉਹ ਤਾਂ ਰੋਣ ਹਾਕਾ ਹੋ ਗਿਆ ਸੀ। almost ਹੁੰਦਾ ਲਗਭਗ ਰੋਣ ਹੀ ਵਾਲਾ ਸੀ। before he fell asleep, ਸੌਣ ਤੋਂ ਪਹਿਲਾਂ he prayed to God and asked to help him। ਉਸਨੇ ਰੱਬ ਅੱਗੇ ਪ੍ਰਾਰਥਨਾ ਕੀਤੀ ਕਿ ਰੱਬ ਉਸ ਦੀ ਮਦਦ ਕਰੇ। In the morning he found a wonderful pair of shoes on his table। ਸਵੇਰੇ ਪਤਾ ਕੀ ਹੋਇਆ? ਉਹਨੇ ਦੇਖਿਆ ਇੱਕ ਬਹੁਤ ਸੋਹਣੇ ਸ਼ੂਜ਼ ਦਾ ਪੇਅਰ ਯਾਨੀ ਜੋੜਾ ਉਹਦੇ ਟੇਬਲ ਤੇ ਪਿਆ ਹੋਇਆ ਸੀ। He was surprised, ਉਹ ਬਹੁਤ ਹੈਰਾਨ ਹੋਇਆ। He took the shoes in his hands, ਉਸਨੇ ਉਹ ਸ਼ੂਜ਼ ਆਪਣੇ ਹੱਥ ਵਿੱਚ ਫੜੇ and looked at them closely, ਅਤੇ ਉਸਨੇ ਬੜੀ ਨੇੜਿਓਂ ਦੀ ਉਹਨਾਂ ਨੂੰ ਦੇਖਿਆ। They were so neatly made, ਉਹ ਇੰਨੀ ਸਫਾਈ ਨਾਲ ਬਣੇ ਸਨ that there was not even one bad stitch on them। ਇੰਨੀ ਸਫਾਈ ਨਾਲ ਬਣੇ ਸੀ ਕਿ ਉੱਥੇ ਇੱਕ ਵੀ ਮਾੜਾ ਟਾਂਕਾ ਨਹੀਂ ਲੱਗਿਆ ਹੋਇਆ ਸੀ। The pair of shoes was indeed a masterpiece। ਸ਼ੂਜ਼ ਦਾ ਜੋੜਾ ਸੱਚਮੁੱਚ ਇੱਕ ਸ਼ਾਹਕਾਰ ਰਚਨਾ ਸੀ। ਸ਼ਾਹਕਾਰ ਰਚਨਾ ਹੁੰਦੀ ਹੈ ਜਿਹੜੀ ਬਹੁਤ ਵਧੀਆ ਹੋਵੇ, ਇੱਕੋ ਇੱਕ ਪੀਸ ਜਿਹੜਾ ਜ਼ਿੰਦਗੀ 'ਚ ਇੱਕ ਵਾਰ ਬਣਦਾ ਹੋਵੇ। ਓਕੇ, ਦੁਬਾਰਾ ਉਹ ਚਾਹ ਕੇ ਵੀ ਨਾ ਬਣਾ ਸਕੇ, ਉਹਨੂੰ ਕਹਿੰਦੇ ਨੇ ਮਾਸਟਰਪੀਸ, ਸ਼ਾਹਕਾਰ ਰਚਨਾ। ਸੂਨ ਆਫਟਰ, ਛੇਤੀ ਉਸ ਤੋਂ ਬਾਅਦ ਅ ਕਸਟਮਰ ਕੇਮ ਇਨਟੂ ਦਾ ਸ਼ੌਪ, ਇੱਕ ਕਸਟਮਰ ਉਸ ਦੀ ਦੁਕਾਨ ਤੇ ਆਇਆ। ਹੀ ਲਾਈਕਡ ਦਾ ਸ਼ੂਜ਼ ਐਂਡ ਪੇਡ ਮੋਰ ਦੈਨ ਦਾ ਯੂਜ਼ੂਅਲ ਪ੍ਰਾਈਸ। ਉਸਨੇ ਸ਼ੂਜ਼ ਨੂੰ ਬਹੁਤ ਪਸੰਦ ਕੀਤਾ
ਤੇ ਆਮ ਕੀਮਤ ਨਾਲੋਂ ਜ਼ਿਆਦਾ ਪੇ ਕਰਕੇ ਗਿਆ। Now the shoemaker was very happy. ਹੁਣ shoemaker ਬਹੁਤ happy ਸੀ as he had enough money to buy leather for 2 pairs of shoes, ਕਿਉਂਕਿ ਹੁਣ ਉਸ ਕੋਲ ਕਾਫੀ ਪੈਸਾ ਸੀ ਕਿ ਉਹ 2 ਜੋੜੇ ਜੁੱਤੀਆਂ ਬਣਾਉਣ ਲਈ ਚਮੜਾ ਖਰੀਦ ਸਕੇ। That night he cut out the leather and the next morning he found 2 pairs of beautifully finished shoes. ਉਸ ਰਾਤ ਉਸ ਨੇ ਉਹ ਚਮੜਾ ਕੱਟਿਆ ਅਤੇ ਅਗਲੀ ਸਵੇਰ ਫਿਰ ਉਸ ਨੇ 2 ਬਹੁਤ ਸੋਹਣੇ ਸ਼ੂਜ਼ ਆਪਣੇ ਟੇਬਲ ਤੇ ਪਾਏ। This continued for many nights. ਇਹ ਸਭ ਕੁਝ ਕਈ ਰਾਤਾਂ ਚੱਲਦਾ ਰਿਹਾ। Any leather that he cut out in the evening, ਕੋਈ ਵੀ ਚਮੜਾ ਉਹ ਸ਼ਾਮ ਨੂੰ ਕੱਟਦਾ, was beautifully finished by the morning. ਤਾਂ ਸਵੇਰੇ ਉਹ ਕੰਮ ਬਹੁਤ ਵਧੀਆ ਤਰੀਕੇ ਨਾਲ ਖਤਮ ਹੋਇਆ ਹੁੰਦਾ। Soon the shoemaker became rich. ਜਲਦੀ ਹੀ shoemaker ਬਹੁਤ ਅਮੀਰ ਹੋ ਗਿਆ। One evening, ਇੱਕ ਸ਼ਾਮ ਨੂੰ, the man said to his wife, man ਨੇ ਆਪਣੀ ਪਤਨੀ ਨੂੰ ਕਿਹਾ, man ਕੌਣ? shoemaker, let's stay up tonight to see who is helping us. ਕਹਿੰਦਾ ਆਓ ਆਪਾਂ ਇਸ ਰਾਤ ਨਾ ਇੱਥੇ ਇਕੱਠੇ ਰੁਕਦੇ ਹਾਂ ਤੇ ਦੇਖਦੇ ਹਾਂ ਕਿ ਸਾਡੀ ਮਦਦ ਕੌਣ ਕਰਦਾ ਹੈ। The woman liked the idea. ਤਾਂ ਉਸ ਦੀ ਘਰਵਾਲੀ ਨੂੰ ਇਹ ਆਈਡੀਆ ਬਹੁਤ ਪਸੰਦ ਆਇਆ। She lighted a candle. ਉਸ ਨੇ ਇੱਕ ਮੋਮਬੱਤੀ ਜਗਾਈ। The room was lit by the candle flame. ਤਾਂ ਉਸ ਮੋਮਬੱਤੀ ਦੀ ਲਾਟ ਦੇ ਨਾਲ ਉਹ ਰੂਮ ਰੁਸ਼ਨਾ ਗਿਆ। Then they hid themselves in a corner of the room. ਫਿਰ ਉਹਨਾਂ ਨੇ ਆਪਣੇ ਆਪ ਨੂੰ ਉਸ ਕਮਰੇ ਦੇ ਕੋਰਨਰ ਵਿੱਚ ਛੁਪਾ ਲਿਆ। ਉਹ ਕੋਰਨਰ ਕਿੱਥੇ ਸੀ? Behind the curtain. curtain ਕੀ ਹੁੰਦਾ? ਪਰਦਾ। ਸੋ ਪਰਦੇ ਦੇ ਪਿੱਛੇ ਉਹਨਾਂ ਨੇ ਕੋਰਨਰ 'ਚ ਆਪਣੇ ਆਪ ਨੂੰ ਛੁਪਾ ਲਿਆ। At midnight, ਅੱਧੀ ਰਾਤ ਨੂੰ, 2 little elves came dancing into the room. 2 ਛੋਟੇ ਬੋਣੇ डांस करते हुए कमरे अंदर आए। Both were wearing old and torn clothes. दोनों ने फटे पुराने कपड़े पाए हुए सी। They sat down at the shoemaker's table. ओह shoemaker दे टेबल ते बैठ गए। They began to stitch, sew and hammer so skillfully that the shoemaker was surprised. ਉਹਨਾਂ ਨੇ ਜੁੱਤੀਆਂ ਨੂੰ ਟਾਂਕੇ ਲਾਉਣ ਦਾ, ਸੀਣ ਦਾ ਅਤੇ ਹਥੌੜੀ ਦਾ ਕੰਮ ਇੰਨੇ ਵਧੀਆ ਨਿਪੁੰਨਤਾ ਨਾਲ ਕੀਤਾ ਕਿ ਸ਼ੂਮੇਕਰ ਹੈਰਾਨ ਹੋ ਗਿਆ। The elves finished the work and ran away. ਬੋਣਿਆਂ ਨੇ ਕੰਮ ਖਤਮ ਕੀਤਾ ਅਤੇ ਉਹ ਭੱਜ ਗਏ। The woman said, Those little men have made us rich. ਔਰਤ ਨੇ ਕਿਹਾ ਕਿ ਇਹ ਦੋਨੋਂ ਛੋਟੇ ਵਿਅਕਤੀਆਂ ਨੇ ਸਾਨੂੰ ਅਮੀਰ ਬਣਾ ਦਿੱਤਾ ਹੈ। We should show our gratitude to them for their selfless service. ਤੇ ਸਾਨੂੰ ਵੀ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਉਹਨਾਂ ਦੀ ਸੈਲਫਲੈਸ ਸਰਵਿਸ ਦਾ। ਸੈਲਫਲੈਸ ਸਰਵਿਸ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਕੋਈ ਆਪਣਾ ਨਿੱਜੀ ਸਵਾਰਥ ਨਾ ਹੋਵੇ। ਓਕੇ, ਜਿਹਦੇ ਵਿੱਚ ਕੋਈ ਆਪਣਾ ਫਾਇਦਾ ਨਾ ਛੁਪਿਆ ਹੋਵੇ। ਸੋ ਉਸ ਔਰਤ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਇੰਨੇ ਅਮੀਰ ਬਣਾਇਆ ਹੈ, ਸੋ ਸਾਨੂੰ ਵੀ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਉਹਨਾਂ ਦੀ ਸੈਲਫਲੈਸ ਸਰਵਿਸ ਲਈ। I will make little shirts, coats, vests, trousers and a pair of socks for them. ਕਹਿੰਦੇ ਮੈਂ ਉਹਨਾਂ ਵਾਸਤੇ ਸ਼ਰਟਸ ਬਣਾਵਾਂਗੀ, ਕੋਟ ਬਣਾਵਾਂਗੀ, ਵੈਸਟਸ ਬਣਾਵਾਂਗੀ, ਟਰਾਊਜ਼ਰਸ ਬਣਾਵਾਂਗੀ ਤੇ ਪੇਅਰ ਆਫ ਸੌਕਸ ਯਾਨੀ ਜੁਰਾਬਾਂ ਦਾ ਜੋੜਾ ਬਣਾਵਾਂਗੀ। Okay, then I will make 2 little pairs of shoes for them, said the shoemaker. shoemaker ਨੇ ਕਿਹਾ ਠੀਕ ਹੈ ਤੇ ਮੈਂ ਉਹਨਾਂ ਵਾਸਤੇ 2 ਜੋੜੇ ਸ਼ੂਜ਼ ਦੇ ਬਣਾਵਾਂਗਾ। When everything was ready, ਜਦੋਂ ਸਭ ਕੁਝ ਰੈਡੀ ਸੀ, they laid their presents on the table. ਉਹਨਾਂ ਨੇ ਆਪਣੇ ਇਹ ਤੋਹਫੇ ਉਸ ਟੇਬਲ ਤੇ ਰੱਖ ਦਿੱਤੇ and hid themselves ਅਤੇ ਆਪਣੇ ਆਪ ਨੂੰ ਲੁਕੋ ਲਿਆ। At midnight, ਅੱਧੀ ਰਾਤ ਨੂੰ, the elves came in. ਬੋਣੇ ਅੰਦਰ ਆਏ। They were delighted to find the gifts. ਉਹ ਤੋਹਫਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। Delighted ਹੁੰਦਾ ਬਹੁਤ ਖੁਸ਼ ਹੋਣਾ। Both the elves dressed themselves in the new clothes. ਦੋਨੋਂ ਬੋਣਿਆਂ ਨੇ ਆਪਣੇ ਆਪ ਨੂੰ ਨਵੇਂ ਕੱਪੜੇ ਪਹਿਨਾਏ
ਦੈਨ ਦੇ ਡਾਂਸਡ ਐਂਡ ਸੈਂਗ ਹੈਪੀਲੀ। ਫਿਰ ਦੋਨੋਂ ਨੱਚੇ ਅਤੇ ਖੂਬ ਉਹਨਾਂ ਨੇ ਗਾਇਆ ਖੁਸ਼ੀ-ਖੁਸ਼ੀ। ਨਾਓ ਵੀ ਆਰ ਸੋ ਫਾਈਨ ਟੂ ਸੀ। ਹੁਣ ਅਸੀਂ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਹਾਂ। ਗ੍ਰੇਸਫੁਲ, ਚੀਅਰਫੁਲ ਐਂਡ ਥੈਂਕਫੁਲ ਆਰ ਵੀ। ਗ੍ਰੇਸਫੁਲ ਹੁੰਦਾ ਸੁੰਦਰ, ਚੀਅਰਫੁਲ ਐਂਡ ਥੈਂਕਫੁਲ ਆਰ ਵੀ। ਚੀਅਰਫੁਲ ਹੁੰਦਾ ਖੁਸ਼, ਪ੍ਰਸੰਨ। ਥੈਂਕਫੁਲ ਹੁੰਦਾ ਅਸੀਂ ਧੰਨਵਾਦੀ ਵੀ ਹਾਂ ਕਿ ਤੁਸੀਂ ਸਾਨੂੰ ਇੰਨੇ ਸੋਹਣੇ ਕੱਪੜੇ ਦਿੱਤੇ। ਦੇ ਡਾਂਸਡ ਆਊਟ ਆਫ ਦ ਡੋਰਸ। ਉਹ ਦਰਵਾਜ਼ਿਆਂ ਚੋਂ ਡਾਂਸ ਕਰਦੇ ਕਰਦੇ ਬਾਹਰ ਨਿਕਲ ਗਏ। ਐਂਡ ਡਿਡ ਨੋਟ ਕਮ ਐਨੀ ਮੋਰ ਐਂਡ ਦ ਸ਼ੂਮੇਕਰ ਲਿਵਡ ਹੈਪੀਲੀ ਫੋਰਐਵਰ। ਅਤੇ ਫਿਰ ਦੁਬਾਰਾ ਨਹੀਂ ਆਏ। ਉਸ ਤੋਂ ਬਾਅਦ ਸ਼ੂਮੇਕਰ ਨੇ ਸਾਰੀ ਉਮਰ ਖੁਸ਼ੀ-ਖੁਸ਼ੀ ਬਤੀਤ ਕੀਤੀ।